ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਪ੍ਰੋਗਰਾਮ ਪੰਜਾਬ ਐਬਰੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਸਟੂਡੀਓ ਦੇ ਵਿੱਚ ਅਰਵਿੰਦਰਪਾਲ ਸਿੰਘ ਹੁਣੀ ਪਹੁੰਚ ਚੁੱਕੇ ਨੇ ਜੋ ਰਾਇਲ ਟਰੈਵਲਸ ਤੋਂ ਨੇ। ਉਹਨਾਂ ਤੋਂ ਅੱਜ ਬਹੁਤ ਸਾਰੀ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਕੈਨੇਡਾ ਨੇ ਆਫਟਰ ਲਾਕਡਾਊਨ ਕੁਝ ਚੀਜ਼ਾਂ ਦੇ ਲਈ ਖੁੱਲ੍ਹ ਦਿੱਤੀ ਹੈ, ਕੁਝ ਚੀਜ਼ਾਂ ਸ਼ੁਰੂ ਹੋ ਚੁੱਕੀਆਂ ਨੇ ਜਾਂ ਕੁਝ ਹੱਲੇ ਵੀ ਬੰਦ ਰਹਿਣ ਦੀ ਆਸ਼ੰਕਾ ਹੈ। ਇਸ ਬਾਰੇ ਸਾਰੀ ਗੱਲਬਾਤ ਕਰਾਂਗੇ। ਉਹਨਾਂ ਦਾ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਟੌਪਿਕ ਦੇ ਉੱਤੇ ਅਸੀਂ ਆਉਂਦੇ ਹਾਂ, ਲੇਕਿਨ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਬਹੁਤ ਖਬਰਾਂ ਆਉਂਦੀਆਂ ਨੇ, ਕਦੇ ਮੁੰਡੇ ਜਿਹੜੇ ਆ ਕੁੜੀਆਂ ਨੂੰ ਵਿਆਹ ਕੇ ਨਹੀਂ ਲੈ ਕੇ ਜਾਂਦੇ, ਤੇ ਹੁਣ ਤਾਂ ਕੁੜੀਆਂ ਵੱਲੋਂ ਕੇਸ ਜ਼ਿਆਦਾ ਆਉਣ ਲੱਗ ਗਏ ਨੇ ਕਿ ਵਿਆਹ ਕੇ ਚਲੇ ਗਈਆਂ ਇੱਥੋਂ ਤੇ ਬਾਅਦ ਦੇ ਵਿੱਚ ਮੁੰਡੇ ਵਾਲਿਆਂ ਨੇ ਪੈਸਾ ਵੀ ਲਾਇਆ ਤੇ ਉੱਥੇ ਜਾ ਕੇ ਮੁੰਡੇ ਨੂੰ ਬੁਲਾਇਆ ਨਹੀਂ। ਇੱਦਾਂ ਦੇ ਬੜੇ ਕੇਸਿਸ ਆਉਣ ਲੱਗ ਗਏ ਆ ਕਿ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਕੰਟਰੀਜ਼ 'ਤੇ ਜਾਂਦੇ ਨੇ ਕੋਈ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈਗੇ। ਨਹੀਂ, ਇੱਦਾਂ ਇਹਨਾਂ ਚੀਜ਼ਾਂ ਦੇ ਉੱਪਰ ਤੁਸੀਂ ਚੀਜ਼ਾਂ ਨੂੰ ਪ੍ਰੂਵ ਕਰਨਾ ਬਹੁਤ ਮੁਸ਼ਕਲ ਹੈ। ਅਲਟੀਮੇਟਲੀ ਕੀ ਆ ਕਿ ਸਟੂਡੈਂਟ ਨੇ ਪੈਸੇ ਪੇ ਕੀਤੇ, ਇਹ ਕਿੱਥੋਂ ਪਤਾ ਲੱਗੇਗਾ ਕਿ ਉਹਦੇ ਸਹੁਰਿਆਂ ਨੇ ਜਾਂ ਪੇਕਿਆਂ ਨੇ ਕੀਤੇ। ਸੋ ਸਟੂਡੈਂਟ ਨੇ ਆਪਣਾ ਫਾਈਨਾਂਸ ਖੁਦ ਹੈਂਡਲ ਕੀਤਾ। GIC ਆ ਆਪਣੇ ਆਪ ਪੇ ਕੀਤੀ ਆ। ਅਗਰ UK ਦੇ ਵਿੱਚ ਹੈ ਉੱਥੇ ਸੈਲਫ ਫਾਈਨਾਂਸ ਦੀ ਕੈਟਾਗਰੀ ਹੈ। ਸੋ ਕੈਟਾਗਰੀ ਇਹ ਦੱਸਦੀ ਹੈ ਕਿ ਸਟੂਡੈਂਟ ਦੇ ਕੋਲ ਪੈਸੇ ਸੀ, ਉਹਨੇ ਪੇ ਕਰਤੇ। ਸੋ ਐਜ਼ ਪਰ ਲਾਈਕ ਤੁਸੀਂ ਬਾਹਰਲੇ ਮੁਲਕ ਦੇ ਕੈਨੇਡੀਅਨ ਲਾਅ ਦੇ ਹਿਸਾਬ ਨਾਲ ਵੇਖੋਗੇ ਤੇ ਸਟੂਡੈਂਟ ਨੇ ਕੋਈ ਗਲਤ ਕੀਤਾ ਹੀ ਨਹੀਂ। ਜਦੋਂ ਕੋਈ ਗਲਤ ਕੀਤਾ ਨਹੀਂ, ਪ੍ਰੂਫ ਕਿੱਦਾਂ ਹੋਊਗਾ? ਬਿਕੋਜ਼ ਕਿਸੇ ਵੀ ਚੀਜ਼ ਦਾ ਜਿਹੜਾ ਆਧਾਰ ਆ ਡਾਕੂਮੈਂਟੇਸ਼ਨ ਹੋਏਗੀ, ਔਰ ਡਾਕੂਮੈਂਟੇਸ਼ਨ ਕਦੀ ਵੀ ਇਸ ਚੀਜ਼ ਨੂੰ ਪ੍ਰੂਵ ਨਹੀਂ ਕਰ ਸਕਦੀ। ਹਾਂ, ਇਹਦੇ ਲਈ ਸਾਡੀ ਸੋਸ਼ਲ ਟਰਾਂਸਫੋਰਮੇਸ਼ਨ ਦੀ ਲੋੜ ਹੈ। ਬਿਕੋਜ਼ ਐਜ਼ ਏ ਸੋਸਾਇਟੀ ਵੀ ਨੀਡ ਟੂ ਗਰੋ। ਸਾਨੂੰ ਖੁਦ ਨੂੰ ਵੇਖਣਾ ਪਏਗਾ ਕਿ ਬੱਚਿਆਂ ਨੂੰ ਇੱਕ ਦੂਜੇ ਦਾ ਸਹਾਰਾ ਨਾ ਲੈਣਾ ਪਵੇ, ਪੇਰੈਂਟਸ ਦੇ ਉੱਪਰ ਇੰਨੀਆਂ ਮਜਬੂਰੀਆਂ ਨਾ ਹੋਣ ਕਿ ਉਹਨਾਂ ਨੂੰ ਇਹ ਸੋਚਣਾ ਪਵੇ ਕਿ ਸਾਨੂੰ ਲੱਖਾਂ ਰੁਪਏ ਦੇ ਕੇ ਤੇ ਕਿਸੇ ਹੋਰ ਦੇ ਮੋਢੇ ਦੀ ਤਲਾਸ਼ ਕਰਕੇ ਤੇ ਆਪਣੇ ਜਿਹੜਾ ਬੱਚਾ ਨਲਾਇਕ ਰਹਿ ਗਿਆ, ਜਿਹੜਾ ਬੱਚਾ ਨਹੀਂ ਆਪਣੀ ਤਿਆਰੀ ਕਰ ਸਕਿਆ, ਉਹਨੂੰ ਕਿਸੇ ਦੇ ਸਿਰ ਤੇ ਲੱਦ ਕੇ ਭੇਜਣਾ ਪਵੇ। ਬਿਕੋਜ਼ ਇਹ ਇੱਕ ਤਰੀਕੇ ਦਾ ਸਾਡੇ ਸੋਸ਼ਲ ਜਿਹੜਾ ਸਾਡਾ ਸੈਟਅਪ ਆ ਉਹਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆ। ਕੋਈ ਜ਼ਮਾਨਾ ਹੁੰਦਾ ਸੀ ਕਿ ਸਾਡੇ ਸਮਾਜ ਦੇ ਵਿੱਚ ਵੱਟੇ ਦਾ ਸਾਕ ਹੁੰਦਾ ਸੀ। ਉਦੋਂ ਪਰਿਵਾਰਾਂ 'ਚ ਇੱਜ਼ਤ ਮਾਨ ਸਨਮਾਨ ਜ਼ਿਆਦਾ ਸੀ। ਉਦੋਂ ਇਹ ਸਨਮਾਨ ਸੀਗਾ ਕਿ ਅਸੀਂ ਕਿਸੇ ਦੀ ਕੁੜੀ ਵਸਾਵਾਂਗੇ, ਸਾਡੀ ਬਦਲੇ 'ਚ ਸਾਡੀ ਕੁੜੀ ਤੁਸੀਂ ਵਸਾਓ। ਹੁਣ ਹੈਗਾ ਕੰਟਰੈਕਟ ਮੈਰਿਜਸ ਦਾ ਮਸਲਾ। ਕੰਟਰੈਕਟ ਮੈਰਿਜ ਦੇ ਵਿੱਚ ਇਹ ਵੇਖਿਆ ਜਾਂਦਾ ਕਿ ਅਸੀਂ ਪੈਸੇ ਦੇ ਬਦਲੇ ਸਰਵਿਸ ਖਰੀਦ ਰਹੇ ਹਾਂ ਜੀ। ਤੇ ਸਰਵਿਸ ਤੁਸੀਂ ਗੱਡੀ ਖਰੀਦਦੇ ਹੋ, ਕਈ ਵਾਰੀ ਗੱਡੀ ਖਰਾਬ ਨਿਕਲਦੀ ਹੈ। ਸੋ ਜਦੋਂ ਤੁਸੀਂ ਸਰਵਿਸ ਬਾਏ ਕਰ ਰਹੇ ਹੋ ਪ੍ਰੋਡਕਟ ਦੇ ਪਿੱਛੇ, ਉਹਦੇ ਰਿਲੇਸ਼ਨਸ਼ਿਪ ਨਹੀਂ ਰਹਿ ਗਈ ਜੀ। ਸੋ ਇੱਥੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਅਸਲ ਦੇ ਵਿੱਚ। ਔਰ ਜਦੋਂ ਇਹ ਲਾਈਕ ਮੁੜ ਰਿਸ਼ਤਿਆਂ ਵੱਲ ਨੂੰ ਵਰਤੋਗੇ, ਕਿਉਂਕਿ ਇੱਕ ਸਮਾਂ ਸੀ ਕਿ ਮੁੰਡੇ ਇਕੱਲੇ ਬਾਹਰ ਕੰਮ ਤੇ ਜਾਂਦੇ ਸੀ ਔਰ ਜਾ ਕੇ ਪੱਕੇ ਪੁੱਕੇ ਹੁੰਦੇ ਸੀ, ਲੋਕਲ ਉੱਥੇ ਮੈਰਿਜਸ ਕਰਦੇ ਸੀ। ਇੱਥੋਂ ਪਿਛਲੇ ਪਰਿਵਾਰਾਂ ਨੂੰ ਬੁਲਾਉਣਾ ਔਖਾ ਹੁੰਦਾ ਸੀ, 3600 ਬਹਾਨੇ ਹੁੰਦੇ ਸੀ ਕਿ ਮੈਂ ਹਾਲੇ ਵਿਆਹ ਨਹੀਂ ਕਰ ਸਕਦਾ, ਸੱਦ ਨਹੀਂ ਸਕਦਾ। ਸੋ ਉਹ ਹੁਣ ਕੁੜੀਆਂ ਕੋਲ ਹੱਥ ਕਮਾਨ ਆਈ ਹੈ। ਬਿਕੋਜ਼ ਸਾਰੀ ਉਮਰ ਤੁਸੀਂ ਦਾਜ ਦਹੇਜ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਆ। ਅੱਜ ਤੁਸੀਂ ਉਲਟਾ ਪੈਸੇ ਉਹਨਾਂ ਨੂੰ ਦੇ ਰਹੇ ਹੋ, ਪਰਿਵਾਰਾਂ ਨੂੰ ਦੇ ਰਹੇ ਹੋ ਜਿਨ੍ਹਾਂ ਦੇ ਕੋਲ ਕੁੜੀਆਂ ਦੀ ਬਦੌਲਤ ਵਿੱਚ ਮਾਨ ਸਨਮਾਨ ਵਾਪਸ ਉਸ ਤਰੀਕੇ ਨਾਲ ਉਹਨਾਂ ਦਾ ਬਹਾਲ ਕੀਤਾ ਜਾ ਰਿਹਾ ਜੀ। ਸੋ ਆਬਵੀਅਸਲੀ ਇਹਦੇ ਵਿੱਚ ਕਿਤੇ ਨਾ ਕਿਤੇ ਇਸ ਸੈਟਲਮੈਂਟ ਦੀ ਲੋੜ ਆ ਕਿ ਤੁਸੀਂ ਜਦੋਂ ਰਿਲੇਸ਼ਨਸ਼ਿਪ ਕਰ ਰਹੇ ਹੋ ਜਾਂ ਤੇ ਰਿਸ਼ਤੇ ਨੂੰ ਅਹਿਮੀਅਤ ਦਿਓ, ਜਾਂ ਇੱਕ ਸਭ ਤੋਂ ਪ੍ਰਮੁੱਖ ਜਿਹੜਾ ਸਵਾਲ ਆ ਉਹ ਇਹ ਆ ਕਿ ਰਿਸ਼ਤਾ ਪ੍ਰਾਇਮਰੀ ਹੋਵੇ ਨਾ ਕਿ ਕੰਟਰੈਕਟ। ਅਗਰ ਰਿਸ਼ਤਾ ਪ੍ਰਾਇਮਰੀ ਹੈ ਤੇ ਇੱਕੋ ਇੱਕ ਸਵਾਲ ਆ ਜਿਹੜਾ ਜਵਾਬ ਦੇ ਦੇਗਾ ਕਿ ਅਗਰ ਮੁੰਡਾ ਕਵੇ ਕਿ ਮੈਂ ਅਗਰ ਕੁੜੀ ਦਾ ਵੀਜ਼ਾ ਨਹੀਂ ਹੋਊਗਾ ਤਾਂ ਵੀ ਮੇਰੀ ਵਾਈਫ ਆ ਤੇ ਮੈਂ ਇਸੇ ਘਰ ਵਸੇਗੀ ਜੀ। ਫਿਰ ਤੁਸੀਂ ਜਦੋਂ ਇਦਾਂ ਦੀ ਮਾਨਸਿਕਤਾ ਵਿੱਚ ਤੁਸੀਂ ਫੈਸਲੇ ਲਓਗੇ ਤਾਂ ਫਿਰ ਕੋਈ ਤੁਹਾਡੇ ਤੇ ਭਰੋਸਾ ਕਰੇਗਾ। ਆਸਟ੍ਰੇਲੀਆ ਦੇ ਵਿੱਚ ਵੀ ਇਹ ਚੀਜ਼ਾਂ ਹੋਣ ਲੱਗ ਗਈਆਂ ਸੀ। ਉੱਥੋਂ ਦੀ ਸਰਕਾਰ ਨੇ ਫਿਰ ਬੜੇ ਨਵੇਕਲੇ ਜਿਹੇ ਤਰੀਕੇ ਨਾਲ ਰੋਕ ਲਾਈ ਸੀ। ਆਸਟ੍ਰੇਲੀਆ ਜਦੋਂ ਵੀਜ਼ਾਸ ਦਾ ਬੂਮ ਆਇਆ, ਅਸਲ 'ਚ ਆਸਟ੍ਰੇਲੀਆ 'ਚ ਕੀ ਸੀ ਕਿ ਉਦੋਂ ਇਹ ਚੀਜ਼ ਬਹੁਤ ਜ਼ਿਆਦਾ ਉੱਪਰ ਹੈ ਲੈਵਲ ਤੱਕ ਚਲੀ ਗਈ ਸੀ। ਬਿਕੋਜ਼ ਕੈਨੇਡਾ ਦੇ ਵਿੱਚ ਤੇ ਸਟੂਡੈਂਟ ਬਾਅਦ 'ਚ ਜਾਂਦਾ ਹੈ, ਸਪਾਊਸ ਬਾਅਦ 'ਚ ਜਾਂਦਾ ਹੈ। ਇੱਕ ਸਮੈਸਟਰ ਕੰਪਲੀਟ ਹੋਊਗਾ, ਉਸ ਤੋਂ ਬਾਅਦ ਸਟੂਡੈਂਟ ਸਪਾਊਸ ਜਾਂਦਾ ਹੈ। ਆਸਟ੍ਰੇਲੀਆ 'ਚ ਐਪਲੀਕੇਸ਼ਨ ਨਾਲ ਦੀ ਨਾਲ ਇਕੱਠੀਆਂ 2 ਐਪਲੀਕੇਸ਼ਨਸ ਲੱਗਦੀਆਂ ਸੀ ਜੀ। ਇੱਕ ਸਮਾਂ ਸੀ ਜਦੋਂ 2007-8 ਦਾ ਬੂਮ ਆਇਆ, ਆਸਟ੍ਰੇਲੀਆ ਨੇ ਮੈਥਮੈਟਿਕਲੀ ਸਟੂਡੈਂਟਸ ਬਹੁਤ ਜ਼ਿਆਦਾ ਚੱਕੇ, ਬਹੁਤ ਵੱਧ ਨੰਬਰ ਚੱਕੇ। ਔਰ ਫਿਰ ਇਦਾਂ ਦਾ ਸਮਾਂ ਆ ਗਿਆ ਕਿ ਆਸਟ੍ਰੇਲੀਆ ਦੀ ਮੈਲਬਰਨ ਕੋਰਟ ਦੇ ਵਿੱਚ ਇੱਕ ਸਮਾਂ ਇਦਾਂ ਦਾ ਸੀ ਕਿ ਸਟੂਡੈਂਟਸ ਦੇ ਡਾਈਵੋਰਸ ਕੇਸਿਸ ਜ਼ਿਆਦਾ ਸੀ ਲੋਕਲ ਸਿਵਲ ਕੇਸਿਸ ਤੋਂ। ਆਸਟ੍ਰੇਲੀਆ ਨੇ ਇੱਕਦਮ ਬ੍ਰੇਕ ਲਾਈ, ਐਨਾਲਾਈਜ਼ ਕੀਤਾ, ਚੈੱਕ ਕੀਤਾ ਕਿ ਹੋ ਕੀ ਰਿਹਾ। ਜੋ ਆਸਟ੍ਰੇਲੀਆ ਦੀ ਥਿਊਰੀ ਆ ਉਹਦੇ ਮੁਤਾਬਿਕ, ਮਤਲਬ ਸਾਨੂੰ ਤਾਂ ਪਤਾ ਹੀ ਕੀ ਹੋ ਰਿਹਾ ਬਿਕੋਜ਼ ਇੱਥੋਂ ਕੰਟਰੈਕਟ ਮੈਰਿਜ ਕੀਤਾ, ਉੱਥੇ ਜਾ ਕੇ ਆਪੋ ਆਪਣੇ ਰਾਹ। ਆਸਟ੍ਰੇਲੀਆ ਦੇ ਬਿਆਨ ਦੇ ਵਿੱਚ, ਆਸਟ੍ਰੇਲੀਆ ਦੇ ਅੱਖਰਾਂ ਦੇ ਵਿੱਚ ਉਹਨਾਂ ਨੇ ਪਾਇਆ ਕਿ +2 ਮੁੰਡਾ ਹੁੰਦਾ ਆ ਜੀ, ਜਿਹੜੀ ਕੁੜੀ ਆ ਉਹ ਮਾਸਟਰਸ ਕੀਤੀ ਹੈ ਜਾਂ ਬੈਚਲਰਸ ਕੀਤੀ ਹੈ ਜੀ,
ਸੋ ਜਦੋਂ ਇਹਨਾਂ ਦਾ ਇੰਟੈਲੈਕਚੁਅਲ ਲੈਵਲ ਦਾ ਡਿਫਰੈਂਸ ਆ ਇਹ ਵਸਣਗੇ ਨਹੀਂ। ਸੋ ਇੱਕ ਰੂਲ ਬਣਾ ਦਿੱਤਾ ਗਿਆ ਕਿ ਅਗਰ ਕਿਸੇ ਦੀ ਐਜੂਕੇਸ਼ਨ ਅਲੱਗ ਆ ਜੀ, ਅਗਰ ਮੀਆਂ ਬੀਵੀ ਦੀ ਐਜੂਕੇਸ਼ਨ ਦੇ ਵਿੱਚ ਅਲੱਗ ਹੈ, ਫਰਕ ਹੈ, ਵਿਤਕਰਾ ਆ, ਡਿਫਰੈਂਸ ਆ, ਸੋ ਫਿਰ ਉਹਨਾਂ ਨੂੰ ਇਕੱਠੇ ਇੱਕੋ ਐਪਲੀਕੇਸ਼ਨ 'ਚ ਨਹੀਂ ਲਿਆ ਜਾਊਗਾ। ਸੋ ਬਿਕਾਜ਼ ਮੈਥਮੈਟਿਕਲੀ ਇਹ ਮੰਨਿਆ ਗਿਆ ਕਿ ਅਗਰ ਇੱਕ +2 ਵਾਲਾ ਬੱਚਾ ਇੱਕ ਨੇ ਮਾਸਟਰਸ ਕੀਤੀ ਹੈ, ਦੋਨਾਂ ਦਾ ਇੰਟੈਲੈਕਚੁਅਲ ਲੈਵਲ, ਦੋਨਾਂ ਦਾ ਸਮਾਨ ਜਿਹੜਾ ਸਮਾਜਿਕ ਬਿਹੇਵੀਅਰ ਆ ਉਹ ਸਮਾਨ ਨਹੀਂ ਹੋਊਗਾ। ਸੋ ਇੱਕ ਇਹ ਰੂਲ ਬਣਾ ਦਿੱਤਾ ਗਿਆ। ਦੂਸਰਾ ਵੇਖਿਆ ਗਿਆ ਕਿ ਵਿਆਹ ਰਾਤੋਂ ਰਾਤ ਹੋਏ ਤੇ ਰਾਤੋਂ ਰਾਤ ਡਿਵੋਰਸ ਲਈ ਪਾਤੇ ਜੀ, ਬਿਕਾਜ਼ ਇੱਥੋਂ ਮੈਰਿਜ ਤੋਂ ਫਟਾਫਟ ਵਿਆਹ ਕੀਤਾ, ਕੇਸ ਫਾਈਲ ਲਾਈ, ਉੱਥੇ ਪਹੁੰਚੇ ਨਾਲ ਜਿਹੜਾ ਡਿਵੋਰਸ ਪਾਤਾ। ਸੋ ਦੂਸਰਾ ਫੈਸਲਾ ਇਹ ਲਿਆ ਗਿਆ ਕਿ ਅਗਰ ਵਿਆਹ ਦੀ ਬੁਨਿਆਦ 1 ਸਾਲ ਨਹੀਂ ਟੱਪੀ ਤਾਂ ਵੀ ਵੀਜ਼ਾ ਨਹੀਂ ਪਾ ਸਕਦੇ। ਸੋ ਆ 2 ਬਦਲਾਅ ਕੀਤੇ ਤਾਂ ਤੁਸੀਂ ਹੁਣ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੀ ਪ੍ਰੋਬਲਮ ਸੀ ਆਸਟ੍ਰੇਲੀਅਨ ਗਵਰਨਮੈਂਟ ਨੇ ਖਤਮ ਕਰ ਲਈ। ਸੋ ਉਮੀਦ ਹੈ ਕਿ ਉਮੀਦ ਤਾਂ ਪਤਾ ਨਹੀਂ ਚੰਗੇ ਪਾਸੇ ਨੂੰ ਕਿ ਮਾੜੇ ਪਾਸੇ ਨੂੰ, ਬਿਕਾਜ਼ ਇੱਕ ਰਸਤਾ ਬਣਿਆ ਸੀ ਕਿ ਸਾਰੇ ਬੱਚੇ ਇੱਕ ਦੂਸਰੇ ਸਾਥ ਨਾਲ ਜਾ ਰਹੇ ਸੀ। ਸੋ ਹੁਣ ਆਉਣ ਵਾਲਾ ਸਮਾਂ ਤੈਅ ਕਰੇਗਾ, ਬਿਕਾਜ਼ ਮੀਡੀਆ ਜਿੰਨਾ ਚੀਜ਼ਾਂ ਨੂੰ ਉਛਾਲਦਾ ਆ, ਜਿੰਨਾ ਚੀਜ਼ਾਂ ਦੀ ਨੈਗੇਟਿਵਿਟੀ ਜਾਂਦੀ ਹੈ, ਇਹ ਨੈਗੇਟਿਵਿਟੀ ਵੀ ਉਸੇ ਤਰੀਕੇ ਨਾਲ ਸਾਰੇ ਪਾਸੇ ਸਪਰੈਡ ਹੁੰਦੀ ਹੈ ਜੀ, ਔਰ ਇਹ ਖਬਰ ਅੰਬੈਸੀਆਂ ਤੱਕ ਵੀ ਪਹੁੰਚਣੀ ਹੈ। ਸੋ ਫਿਰ ਇਹਦੇ ਉੱਪਰ ਫੈਸਲੇ ਲਏ ਜਾਣਗੇ। ਹੁਣ ਤੁਹਾਨੂੰ ਇੰਤਜ਼ਾਰ ਇਹ ਰਹੇਗਾ ਕਿ ਉਹ ਫੈਸਲੇ ਹੁਣ ਆਉਂਦੇ ਆ, ਕੱਲ ਨੂੰ ਆਉਂਦੇ ਆ, ਜਾਂ ਕਦੀ ਵੀ ਨਹੀਂ ਆਉਂਦੇ। ਕਦੀ ਵੀ ਨਹੀਂ ਆਉਂਦੇ ਤਾਂ ਭਾਵ ਇਹ ਆ ਕਿ ਬਿਕਾਜ਼ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਜ਼ਿਆਦੀਆਂ ਆ, ਹੋ ਸਕਦਾ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਬਟ ਅਗਰ ਤੁਸੀਂ ਸੋਸ਼ਲ ਪ੍ਰੋਬਲਮ ਖਤਮ ਕਰਨੀ ਆ ਜੀ, ਤੇ ਜੇ ਤੁਸੀਂ ਉਹਨੂੰ ਐਡਰੈਸ ਨਹੀਂ ਕਰਦੇ, ਪ੍ਰੋਬਲਮ ਖਤਮ ਨਹੀਂ ਹੁੰਦੀ। IRCC ਦਾ ਇੱਕ ਵੈਬੀਨਾਰ ਹੋਇਆ, ਉਹਦੇ ਵਿੱਚ ਬੜੇ ਸਾਰੇ ਨਵੇਂ ਫੈਸਲੇ ਗਏ। ਪਹਿਲਾਂ ਤਾਂ ਉਸ ਵੈਬੀਨਾਰ ਬਾਰੇ ਦੱਸੋ। ਕੱਲ ਹੀ ਇਹ ਵੈਬੀਨਾਰ ਸੀਗਾ, IRCC ਨੇ ਔਰ ਦਿੱਲੀ ਅੰਬੈਸੀ ਨੂੰ ਪਾਰਸ਼ਲੀ ਖੋਲ ਦਿੱਤਾ ਗਿਆ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਰੁਕੀਆਂ ਹੋਈਆਂ ਸੀ ਉਹਨਾਂ ਨੂੰ ਦੁਬਾਰਾ ਰਿਜ਼ਿਊਮ ਕਰ ਲਿਆ ਹੈ। ਕਿ ਬਹੁਤ ਲੰਬੇ ਸਮੇਂ ਤੋਂ ਫਲਾਈਟ ਬੈਨ ਸੀ ਇੰਡੀਆ ਦੇ ਉੱਪਰ, ਔਰ ਜਿਹੜੇ ਇੰਡੀਅਨ ਸਟੂਡੈਂਟ ਸੀ ਇਹ ਵਾਇਆ ਸਰਬੀਆ, ਵਾਇਆ ਮੈਕਸੀਕੋ, ਅਲੱਗ-ਅਲੱਗ ਮੁਲਕਾਂ ਤੋਂ ਟ੍ਰਾਂਜ਼ਿਟ ਫਲਾਈਟਸ ਲੈਣ ਲੱਗ ਪਏ ਸੀ ਜੀ। ਔਰ ਮੈਂ ਵੈਬੀਨਾਰ ਤੋਂ ਬਾਅਦ ਐਡਰੈਸ ਕਰਦਾ ਇੱਕ ਹੋਰ ਪ੍ਰੋਬਲਮ ਮੇਰੇ ਸਾਹਮਣੇ ਆਈ ਕਿ ਸਰਬੀਆ ਦੇ ਰਾਹੀਂ ਬਹੁਤ ਸਟੂਡੈਂਟ ਜਾਂਦੇ ਸੀ ਕਿ ਸਰਬੀਆ 'ਚ ਸਟਾਪ ਓਵਰ ਸੀ ਤੇ ਉਸ ਤੋਂ ਬਾਅਦ ਕੈਨੇਡਾ ਨੂੰ ਜਾਂਦੇ ਸੀ ਜੀ। ਸਰਬੀਆ ਦੀ ਗਵਰਨਮੈਂਟ ਨੇ ਲਾਕਡਾਊਨ ਲਾਤਾ। ਸਰਬੀਆ ਦੇ ਵਿੱਚ ਕੀ ਹੋ ਗਿਆ ਕਿ ਇੱਕ ਰੂਲ ਬਣ ਗਿਆ ਕਿ ਜਿਹੜਾ ਵੀ ਬਾਹਰੋਂ ਕੋਈ ਆਏਗਾ ਉਹਦੇ ਲਈ 7 ਦਿਨ ਦਾ ਕੁਆਰੰਟੀਨ ਕੰਪਲਸਰੀ ਆ, ਕਿਉਂਕਿ ਰਾਤੋਂ ਰਾਤ ਫੈਸਲਾ ਲਿਆ ਗਿਆ। ਬਹੁਤ ਸਾਰੇ ਜਿਹੜੇ ਸਾਡੇ ਸਟੂਡੈਂਟ ਸੀ, ਇਨ ਫਲਾਈਟ ਸੀ ਸਟੂਡੈਂਟਸ, ਉਹ ਸਰਬੀਆ ਪਹੁੰਚੇ। ਉੱਥੇ ਜਾ ਕੇ ਉਹਨਾਂ ਅੱਗੇ ਆਪਸ਼ਨ ਸੀ 7 ਦਿਨ ਦੇ ਹੋਟਲ ਦਾ ਕਮਰਾ ਲੈਣਾ ਆ ਜੀ, ਆਪਣੀ ਟਿਕਟ ਫਰਦਰ ਜਰਨੀ ਡਿਲੇ ਕਰਨੀ ਆ, ਜਾਂ ਆਪਣੇ ਮੁਲਕ ਵਾਪਸ ਮੁੜਨਾ ਆ। ਸੋ ਕਈ ਬੱਚੇ ਨਾਲ ਪੈਸੇ ਕੈਰੀ ਨਹੀਂ ਕਰ ਰਹੇ ਸੀ, ਬਿਕਾਜ਼ ਪਰਿਵਾਰਾਂ ਨੇ ਇੱਥੋਂ ਪਹਿਲਾਂ ਕੈਲਕੂਲੇਟ ਕਰਕੇ ਰੱਖਿਆ ਹੁੰਦਾ ਕਿ ਤੈਨੂੰ GIC ਦੇ ਆਹ ਮਿਲ ਜਾਣੇ ਆ, ਤੇਰੀ ਫੀਸ ਪੇ ਕੀਤੀ ਹੋਈ ਆ, ਤੈਨੂੰ ਹੋਰ ਪੈਸੇ ਚਾਹੀਦੇ ਨਹੀਂ ਆ। ਬਿਲਕੁਲ, ਜਿੱਤੇ ਵੀ 200-400 ਨਾਲ ਐਡੀਸ਼ਨਲ ਦਿੱਤੇ ਹੋਣਗੇ। ਸੋ ਜਿਹੜੀਆਂ ਹੋਟਲਸ ਦੀਆਂ ਜਿਹੜੇ ਕੁਆਰੰਟੀਨ ਦੀ ਕਾਸਟ ਸੀ ਉਹ ਨਹੀਂ ਪੂਰਾ ਕਰ ਸਕਦੇ ਸੀ। ਸੋ ਕਈ ਸਟੂਡੈਂਟਸ ਨੂੰ ਵਾਪਸ ਆਉਣਾ ਪਿਆ। ਸੋ ਬਹੁਤ ਖੱਜਲ ਖਰਾਬੀ ਹੋਈ ਸਰਬੀਆ ਤੋਂ। ਔਰ ਚੰਗੀ ਚੀਜ਼ ਇਹ ਹੋਈ ਕਿ ਜਿੱਦਾਂ ਹੀ ਸਰਬੀਆ ਤੋਂ ਸਾਨੂੰ ਮਾੜੀਆਂ ਖਬਰਾਂ ਆਈਆਂ, ਅਗਲੇ ਦਿਨ ਹੀ ਵੈਬੀਨਾਰ ਸੀ। ਵੈਬੀਨਾਰ ਦੇ ਵਿੱਚ ਸਹੂਲਤ ਦੇਤੀ ਕਿ ਜਿਹੜਾ ਇੰਡੀਆ ਦੇ ਉੱਪਰ ਫਲਾਈਟ ਬੈਨ ਸੀ ਹੁਣ ਉਹਨੂੰ ਚਾਲੂ ਕਰ ਦਿੱਤਾ ਜਾਵੇ। ਸੋ 14 ਤਰੀਕ ਨੂੰ ਉਹਨਾਂ ਅਨਾਉਂਸ ਕੀਤਾ ਕਿ 21 ਤਰੀਕ ਤੋਂ ਜਿਹੜੀਆਂ ਫਲਾਈਟਸ ਨੇ 21 ਜੁਲਾਈ ਨੈਕਸਟ ਵੀਕ ਤੋਂ ਜਿੰਨੀਆਂ ਫਲਾਈਟਸ ਨੇ ਕੈਨੇਡਾ ਤੋਂ ਦੁਬਾਰਾ ਰਿਜ਼ਿਊਮ ਕਰ ਲਈਆਂ ਗਈਆਂ। ਹੁਣ ਫਲਾਈਟਸ ਇੱਥੋਂ ਰਿਜ਼ਿਊਮ ਹੋ ਗਈਆਂ ਨੇ। ਇਹਦੇ ਨਾਲ ਨਾਲ ਜਿਹੜੀਆਂ ਬਾਇਓਮੈਟ੍ਰਿਕ ਜਿਹੜੀਆਂ ਅਟੈਂਡੈਂਸ ਸੀਗੀ ਸਟੂਡੈਂਟਸ ਅੰਬੈਸੀ ਦੀ ਥਾਂ ਤੇ VFS ਜਾ ਕੇ ਫਿੰਗਰਸ ਜਿੱਥੇ ਆਪਣੇ ਬਾਇਓਮੈਟ੍ਰਿਕ ਲਵਾਉਂਦੇ ਨੇ ਉਹ ਬੰਦ ਸੀ, ਉਹ ਚਾਲੂ ਕਰ ਦਿੱਤਾ ਗਿਆ। ਮੈਡੀਕਲ ਵੀ ਸ਼ੁਰੂ ਹੋ ਗਿਆ। ਹਾਂ, ਫਿਜ਼ੀਸ਼ੀਅਨ ਪੈਨਲ ਆ, ਬਿਕਾਜ਼ ਉਹ ਬੰਦ ਸੀਗਾ, ਉਹਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਕਿ ਜਿਹੜੀਆਂ ਮੈਡੀਕਲ ਦੀਆਂ ਅਪਾਇੰਟਮੈਂਟਸ ਅੱਗੇ ਲੈਣੀਆਂ ਹੁੰਦੀਆਂ ਸੀ, ਮੈਡੀਕਲ ਬੰਦ ਕਰਤੇ ਸੀ। ਕੇਸ ਅੰਬੈਸੀ ਲੱਗਦਾ ਸੀ, ਉਸ ਤੋਂ ਬਾਅਦ ਅੰਬੈਸੀ ਇਨਵੀਟੇਸ਼ਨ ਦਿੰਦੀ ਸੀ ਬਾਇਓਮੈਟ੍ਰਿਕ ਦੀ ਵੀ ਤੇ ਫਿਜ਼ੀਸ਼ੀਅਨ ਨੂੰ ਅਟੈਂਡ ਕਰਨ ਦੀ ਵੀ। ਸੋ ਇਹ ਨਾਰਮਲ ਬਹਾਲ ਕਰ ਦਿੱਤਾ ਗਿਆ। ਜਿਹੜੇ ਸਟੂਡੈਂਟਸ ਦੀਆਂ ਪਾਸਪੋਰਟ ਰਿਕੁਐਸਟ ਆਈਆਂ ਹੋਈਆਂ ਸੀ ਪਹਿਲਾਂ ਦੀਆਂ, ਪਾਸਪੋਰਟ ਰਿਕੁਐਸਟ ਹੈ ਕਿ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਪਰ ਤੁਹਾਡਾ ਪਾਸਪੋਰਟ ਅੰਬੈਸੀ ਨੇ ਮੰਗਾ ਲਿਆ, ਉਸ ਤੋਂ ਬਾਅਦ ਅੰਬੈਸੀ ਬੰਦ ਹੋ ਗਈ। ਸੋ ਤੁਸੀਂ ਪਾਸਪੋਰਟ ਹਾਲੇ ਭੇਜਿਆ ਨਹੀਂ, ਲੈਟਰ ਦੇ ਉੱਪਰ ਤੁਹਾਡੇ ਕੋਲ ਆ। ਸੋ ਉਹਨਾਂ ਸਭ ਲੈਟਰਸ ਨੂੰ ਦੁਬਾਰਾ ਜਾਇਜ਼ ਠਹਿਰਾਇਆ ਗਿਆ ਕਿ ਜਿਨ੍ਹਾਂ ਦੇ ਕੋਲ ਤੁਹਾਡੀ, ਕਿਉਂਕਿ ਤਰੀਕ ਦਿੰਦੇ ਕਿ ਤੁਸੀਂ ਇੰਨੀ ਤਰੀਕ ਤੱਕ ਪਾਸਪੋਰਟ ਤੁਹਾਨੂੰ ਭੇਜਣਾ ਹੈ। ਸੋ ਉਹਨਾਂ ਨੂੰ ਹੁਣ ਕਹਿਤਾ ਕਿ ਅਗਰ ਤੁਹਾਡੇ ਕੋਲ ਪੁਰਾਣੀ ਬਾਇਓਮੈਟ੍ਰਿਕ ਲੈਟਰ ਆਈ ਹੋਈ ਆ ਤੇ ਤੁਸੀਂ ਦੁਬਾਰਾ ਤੋਂ ਨਵੀਆਂ ਜਿਹੜੀਆਂ ਆਪਣੀਆਂ ਪਾਸਪੋਰਟ ਰਿਕੁਐਸਟਾਂ ਭੇਜ ਦਿਓ, ਤੁਸੀਂ ਪਾਸਪੋਰਟ ਭੇਜੋ, ਤੁਹਾਨੂੰ ਵੀਜ਼ਾ ਲੱਗ ਕੇ ਆ ਜਾਏਗਾ। ਸੋ ਕੈਨੇਡਾ ਤੋਂ ਉੱਪਰ ਜਿਹੜੇ ਸਟੂਡੈਂਟਸ ਤੋਂ ਬਹੁਤ ਨਾਰਾਜ਼ ਸੀ, ਬਹੁਤ ਲੰਬੇ ਸਮੇਂ ਤੋਂ ਪਰੇਸ਼ਾਨ ਸੀ। ਸੋ ਬਹੁਤ ਸਾਰੀਆਂ ਚੀਜ਼ਾਂ ਤਕਰੀਬਨ ਹਾਲ ਇਹਦੇ ਵਿੱਚ ਕਰ ਦਿੱਤਾ ਗਿਆ। ਹੁਣ ਇਹ ਵੀ ਹੋ ਗਿਆ ਕਿ ਤੁਸੀਂ 4 ਹਫ਼ਤੇ ਪਹਿਲਾਂ ਹੀ ਉੱਥੇ ਪਹੁੰਚ ਸਕਦੇ ਹੋ। ਜਿੱਦਾਂ ਪਹਿਲਾਂ ਹੁੰਦਾ ਸੀ ਤੁਸੀਂ ਮਹੀਨਾ 1.5 ਮਹੀਨਾ ਪਹਿਲਾਂ ਉੱਥੇ ਚਲੇ ਗਏ, ਜਾਂ 2 ਮਹੀਨੇ ਪਹਿਲਾਂ ਵੀ ਸਟੂਡੈਂਟਸ ਚਲੇ ਜਾਂਦੇ ਸੀ ਕਲਾਸਿਸ ਸ਼ੁਰੂ ਹੋਣ ਤੋਂ ਨਾ, ਤੇ ਹੁਣ ਤਾਂ 4 ਹਫ਼ਤੇ ਪਹਿਲਾਂ ਦਾ ਸਮਾਂ ਕਰ ਦਿੱਤਾ ਜੀ। ਬਿਲਕੁਲ, ਇਹ ਕੰਪਲਸਰੀ ਕਰਤਾ ਕਿ ਹੁਣ ਤੁਸੀਂ ਜਿਹੜੇ ਟਰੈਵਲਿੰਗ ਆ ਉਹ 4 ਵੀਕਸ ਤੋਂ ਪਹਿਲਾਂ ਨਹੀਂ ਕਰ ਸਕਦੇ। ਸਪੋਜ਼ ਤੁਹਾਡੀਆਂ ਸਤੰਬਰ 'ਚ ਕਲਾਸਿਸ ਨੇ, ਤੁਸੀਂ ਅਗਸਤ 'ਚ ਹੀ ਟਰੈਵਲ ਕਰ ਪਾਓਗੇ, ਬਿਕਾਜ਼
ਸਟੂਡੈਂਟਸ ਨੂੰ ਹੁੰਦਾ ਕਿ ਫਟਾਫਟ ਪਹੁੰਚ ਜਾਈਏ, ਵੀਜ਼ਾ ਲੱਗਾ, ਕਿਤੇ ਕੋਈ ਕਿਸਮ ਦੀ ਦੇਰੀ ਨਾ ਹੋ ਜਾਵੇ। ਖੈਰ ਇਸ ਟਾਈਮ ਤੇ ਪੂਰਾ ਟਾਈਮ ਤੇ ਵੀਜ਼ਾ ਮਿਲ ਰਿਹਾ, ਸੋ ਸਟੂਡੈਂਟਸ ਨੂੰ 4 ਵੀਕ ਵਾਲਾ ਜਿਹੜਾ ਟਾਈਮ ਆ ਇਹ ਇਨਫ ਆ। ਦੂਸਰੀ ਗੱਲ ਅੱਗੇ ਪੇਰੈਂਟਸ, ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਕੋਲ ਵੀਜ਼ਾ ਹੁੰਦਾ ਸੀ, ਉਹ ਛੱਡਣ ਚੱਲ ਜਾਂਦੇ ਸੀ ਕਿ ਠੀਕ ਹੈ ਬੱਚੇ ਦੇ ਨਾਲ ਇੱਕ ਵਾਰੀ ਜਾ ਕੇ ਛੱਡ ਆਉਂਦੇ ਆ ਸਕੂਲ, ਜਿੱਦਾਂ ਆਪਾਂ ਇੱਥੇ ਨਿਆਣੇ ਨੂੰ ਨਰਸਰੀ ਭਰਤੀ ਕਰਾਉਣ ਚਾਹੀਦਾ। ਸੋ ਵੀ ਯੂਜ਼ ਟੂ ਕੈਰੀ ਦਾ ਸੇਮ ਫੀਲਿੰਗ। ਸੋ ਬੱਚਿਆਂ ਨੂੰ ਛੱਡ ਆਉਂਦੇ ਸੀ, ਹੁਣ ਉਹ ਬੰਦ ਕਰਤਾ ਕਿ ਤੁਸੀਂ ਜਿਹੜੇ 18 ਸਾਲ ਤੋਂ ਵੱਡੇ ਬੱਚੇ ਨੇ ਉਹਨਾਂ ਨਾਲ ਪੇਰੈਂਟਸ ਨਹੀਂ ਆ ਸਕਦੇ। ਇੱਕ ਅਰਾਈਵ ਕੈਨ ਫਾਰਮ ਆ, ਉਹਦੇ 'ਚ ਤੈਨੂੰ ਫਲਾਈਟ ਡਿਟੇਲਸ ਦੇਣੀਆਂ ਹੁੰਦੀਆਂ ਸੀ। ਉਹ ਪਹਿਲਾਂ ਵੀ ਚਾਲੂ ਆ, ਹੁਣ ਵੀ ਸੇਮ ਅਰਾਈਵ ਕੈਨ ਫਾਰਮ ਦੇ ਵਿੱਚ ਕੰਪਲਸਰੀ ਕਰਤਾ ਕਿ ਹੁਣ ਤੈਨੂੰ ਫਲਾਈਟ ਡਿਟੇਲ ਦੇ ਨਾਲ ਨਾਲ ਵੈਕਸੀਨੇਸ਼ਨ ਡਿਟੇਲ ਵੀ ਦੇਣੀਆਂ ਜ਼ਰੂਰੀ ਹੈ। ਔਰ ਇੱਕ ਇੱਥੇ ਕੈਨੇਡਾ ਨੇ ਬਹੁਤ ਸਾਫ਼ ਕੀਤਾ ਹੈ ਕਿ ਜਿਹੜੀ ਵੈਕਸੀਨੇਸ਼ਨ ਆ ਉਹ ਕੋਵਾਸ਼ੀਲਡ ਹੀ ਅਪਰੂਵ ਆ, ਕੋਵੈਕਸਿਨ ਨਹੀਂ ਅਪਰੂਵ। ਓਕੇ। ਸੋ ਬਿਕੋਜ਼ ਇੰਡੀਆ ਦੇ ਵਿੱਚ ਬਹੁਤ ਵੱਡਾ, ਦੋਨੋਂ ਟੀਕੇ ਕੋਵਿਸ਼ੀਲਡ ਦੇ, ਹਾਂ ਦੋਨੋਂ ਟੀਕੇ ਕੋਵਿਸ਼ੀਲਡ ਦੇ, ਬਿਕੋਜ਼ ਇੰਡੀਆ 'ਚ ਬਹੁਤ ਵੱਡਾ ਡਰਾਈਵ ਕੋਵੈਕਸਿਨ ਨੂੰ ਲੈ ਕੇ ਵੀ ਲੱਗ ਰਿਹਾ ਹੈ, ਬਿਕੋਜ਼ ਸਾਡੇ ਦੋਨੋਂ ਟੀਕੇ ਲੱਗ ਰਹੇ ਨੇ। ਸੋ ਬਹੁਤ ਸਾਰੇ ਕੈਂਪਾਂ ਦੇ ਵਿੱਚ ਜਿੱਥੇ ਸਾਡੇ ਕੋਵਾਸ਼ੀਲਡ ਦੇ ਇੰਜੈਕਸ਼ਨ ਲੱਗਦੇ ਆ ਉਹ ਤਾਂ ਪੂਰੇ ਭੀੜ ਨਾਲ ਖਚਾ ਖਚ ਭਰੇ ਨੇ, ਤੇ ਜਿੱਥੇ ਕੋਵੈਕਸਿਨ ਲੱਗਦੀ ਆ ਕਈ ਵਾਰੀ ਉਹ ਖਾਲੀ ਰਹਿ ਜਾਂਦੇ ਆ। ਬਿਕੋਜ਼ ਇਹ ਬਾਹਰਲੇ ਮੁਲਕਾਂ ਨੇ ਜਿੱਦਾਂ ਅਨਾਉਂਸ ਕੀਤਾ ਤੇ ਕਿਤੇ ਨਾ ਕਿਤੇ ਸਾਡੇ ਉਹ ਅੰਦਰ ਛੁਪੀ ਹੋਈ ਹੈਗੀ ਆ, ਜਿਹਨੂੰ ਅਸੀਂ ਕਹਿੰਦੇ ਕਿ ਹਿਡਨ ਡਿਜ਼ਾਇਰ ਆ ਕਿ ਬਾਹਰ ਜਾਣ ਦਾ ਸੁਪਨਾ, ਉਹ ਜਿੰਦਾ ਹੋ ਜਾਂਦਾ ਕਿਤੇ ਨਾ ਕਿਤੇ। ਭਾਵੇਂ ਮੈਂ ਨਹੀਂ ਵੀ ਗਿਆ ਸਾਰੀ ਉਮਰ, ਤਾਂ ਵੀ ਮੈਂ ਆਪਣੀ ਓਪਰਚੁਨਿਟੀ ਆਪਣੀ ਮਿਸ ਨਹੀਂ ਕਰਨਾ ਚਾਹੁੰਦਾ। ਸੋ ਜੇ ਮੈਨੂੰ ਕੋਵਾਸ਼ੀਲਡ ਹੀ ਲੱਗੇਗੀ ਤੇ ਮੈਂ ਤਾਂ ਹੀ ਲਵਾਉਣੀ ਆ। ਸੋ ਵੈਕਸੀਨੇਸ਼ਨ ਦੇ ਉੱਪਰ ਉਹਨਾਂ ਨੇ ਜਿਹੜਾ ਦਿੱਤਾ ਬਿਆਨ, ਉਹ ਕੰਪਲਸਰੀ ਕੀਤਾ ਕਿ ਕੋਵਾਸ਼ੀਲਡ ਹੀ ਲੱਗੇਗੀ, ਕੋਵੈਕਸਿਨ ਨੂੰ ਹਾਲੇ ਮਨਜ਼ੂਰੀ ਨਹੀਂ ਹੈ ਜੀ। ਔਰ ਇੱਕ ਚੀਜ਼ ਆ ਕਿ 5 ਜੁਲਾਈ ਨੂੰ ਇਹਨਾਂ ਨੇ ਕੈਨੇਡਾ ਨੇ ਕੁਆਰੰਟੀਨ ਕੰਪਲਸਰੀ ਹੁੰਦਾ ਸੀ ਸਟੂਡੈਂਟਸ ਨੂੰ। 3 ਰਾਤਾਂ ਪਹਿਲਾਂ ਸਰਕਾਰੀ ਅਪਰੂਵਡ ਜਿਹੜੇ ਹੋਟਲਸ ਨੇ, ਜਿਹੜੇ ਕਿ 에ਅਰਪੋਰਟ ਹੋਟਲਸ ਨੇ, ਉਹਨਾਂ ਦੇ ਵਿੱਚ ਰਹਿਣਾ ਹੁੰਦਾ ਸੀ। ਔਰ ਕੋਈ $2000 ਦੇ ਕਰੀਬ ਉਹਦੀ ਕਾਸਟ ਹੁੰਦੀ ਸੀ। ਸੋ ਉਹ 5 ਜੁਲਾਈ ਨੂੰ ਉਹਨਾਂ ਨੇ ਬੈਨ ਖਤਮ ਕਰਤਾ ਹੈ ਕਿ ਹੁਣ ਤੁਹਾਨੂੰ ਐਗਜ਼ੈਂਪਸ਼ਨ ਹੈ ਕਿ ਜਿਹੜਾ ਆ ਕੇ ਕੁਆਰੰਟੀਨ ਹੋਣਾ ਸੀ ਹੁਣ ਉਹਦੀ ਲੋੜ ਨਹੀਂ ਹੈ। ਹਾਂ, ਇਹ ਨਾਲ ਹਦਾਇਤ ਜ਼ਰੂਰ ਦਿੱਤੀ ਆ ਕਿ ਸਟਿਲ ਤੁਹਾਡਾ ਕੁਆਰੰਟੀਨ ਪਲਾਨ ਹੈਗਾ ਆ ਤੇ ਤੁਸੀਂ ਐਡਵਾਈਜ਼ੇਬਲ ਆ ਕਿ ਲੈ ਕੇ ਆ ਜਾਓ। ਬਟ ਜਿਹੜੀ ਪਹਿਲੀ ਕੰਪਲਸ਼ਨ ਸੀਗੀ ਤੁਹਾਡੇ ਕੋਲ ਕਿ 3 ਰਾਤਾਂ ਉੱਥੇ 11 ਰਾਤਾਂ ਕਿਤੇ ਹੋਰ, ਉਹ ਕੰਪਲਸ਼ਨ ਐ ਸੱਚ ਖਤਮ ਕਰਤੀ ਹੈ। ਸੋ ਕੈਨੇਡਾ ਨੇ ਇੱਕ ਬੇਸਿਕਲੀ ਸਟੂਡੈਂਟਸ ਦੇ ਉੱਪਰ ਆਪਣਾ ਵਿਸ਼ਵਾਸ ਵਧਾਇਆ ਆ, ਇੱਕ ਆਪਣਾ ਡਰ ਘਟਾਇਆ ਕਿ ਜਿਹੜਾ ਪੂਰੀ ਦੁਨੀਆ ਡਰ ਦੇ ਮਾਹੌਲ ਦੇ ਵਿੱਚ ਹੈ ਕਿ ਬਾਹਰੋਂ ਕੋਈ ਆਏਗਾ ਤੇ ਮਤਲਬ ਬੰਬ ਹੀ ਆ, ਕਰੋਨਾ ਵਾਲਾ ਬੰਬ ਲੈ ਕੇ ਆਏਗਾ, ਕੋਈ ਇੱਥੇ ਆ ਕੇ ਫਟੇਗਾ। ਸੋ ਇਸ ਤਰੀਕੇ ਨਾਲ ਕੈਨੇਡਾ ਨੇ ਸਟੂਡੈਂਟਸ ਉੱਪਰ ਆਪਣਾ ਜਿਹੜਾ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਜਿਹੜਾ ਇੱਕ ਸੈਕਟਰ ਆ, ਉਹਦੇ ਉੱਪਰ ਆਪਣਾ ਭਰੋਸਾ ਮੁੜ ਪ੍ਰਗਟਾਇਆ ਹੈ। ਪ੍ਰੋਸੈਸਿੰਗ ਟਾਈਮ ਕਿੰਨਾ ਹੋਣਾ ਹੁਣ ਕਿਸੇ ਵੀ ਫਾਈਲ ਦਾ? ਕਿਉਂਕਿ ਪਹਿਲਾਂ ਕਈ ਵਾਰੀ ਹੋ ਜਾਂਦਾ, ਕਈਆਂ ਦੀ ਜਲਦੀ ਹੋ ਜਾਂਦੀ, ਕਈਆਂ ਦੀ ਲੇਟ ਹੋ ਜਾਂਦੀ, ਤੇ ਹੁਣ ਜਦੋਂ ਦੁਬਾਰਾ ਸ਼ੁਰੂ ਹੋਈਆਂ ਨੇ ਫਲਾਈਟਸ ਉਦੋਂ ਕਿੰਨਾ ਟਾਈਮ ਹੋਏਗਾ? ਦੇਖੋ, ਇਹ ਇੱਕ ਐਸਾ ਸਵਾਲ ਆ ਜਿਹਦਾ ਅੰਬੈਸੀ ਨੇ ਹਾਲੇ ਤੱਕ ਜਵਾਬ ਨਹੀਂ ਦਿੱਤਾ, ਕਿਉਂਕਿ ਸਟੂਡੈਂਟਸ ਦੇ ਕਈਆਂ ਦੇ ਸਾਲ ਤੋਂ ਵੱਧ ਵੀਜ਼ਾਸ ਲੱਗੇ, ਅੰਬੈਸੀ ਐਪਲੀਕੇਸ਼ਨਸ ਲੱਗੀਆਂ ਹੋਈਆਂ। ਸੋ ਇਹਦੇ ਉੱਪਰ ਬਿਕਾਜ਼ ਵੈਬੀਨਾਰ 'ਤੇ ਬਹੁਤ ਸਾਰੇ ਸਟੂਡੈਂਟ ਵੀ ਸੀ, ਬਹੁਤ ਸਾਰੇ ਸਟੂਡੈਂਟਸ ਲਾਈਕ ਬੰਬਾਰਡਮੈਂਟ ਕਰ ਰਹੇ ਸੀ ਕੁਐਸਚਨਸ ਦੀ। ਉਹਦੇ 'ਚੋਂ ਇਹ ਵੀ ਬਾਰ-ਬਾਰ ਪੁੱਛਿਆ ਜਾ ਰਿਹਾ ਸੀ ਕਿ ਮੇਰੀ ਇੰਨੀ ਤਰੀਕ ਨੂੰ ਫਾਈਲ ਲੱਗੀ, ਕਦੋਂ ਹੱਲ ਹੋਏਗਾ? ਔਰ ਇਸ ਦੇ ਉੱਪਰ ਹਾਲੇ ਤੱਕ ਚੁੱਪੀ ਸਾਧੀ ਹੋਈ ਹੈ, ਬਿਕਾਜ਼ ਹਰ ਇੱਕ ਚੀਜ਼ 100% ਕੈਪੈਸਿਟੀ ਦੇ ਉੱਪਰ ਨਹੀਂ ਰਨ ਹੋ ਰਿਹਾ। ਸਾਡੇ ਲਈ ਸਭ ਕੁਝ ਚੱਲ ਗਿਆ, ਚੀਜ਼ਾਂ ਦਰੁਸਤ ਹੋ ਗਈਆਂ, ਬਟ ਅਗਰ ਅਸੀਂ ਕਹੀਏ ਕਿ ਹਰ ਇੱਕ ਚੀਜ਼ ਪਹਿਲਾਂ ਵਾਂਗੂ ਨਾਰਮਲ ਹੋ ਗਈ, ਉਸ ਤਰੀਕੇ ਨਾਲ ਨਹੀਂ ਹੈ। ਸੋ ਫਿਲਹਾਲ ਜਿਹੜੀ ਇਹਦੇ ਉੱਪਰ ਕਲੈਰਿਟੀ ਨਹੀਂ ਹੈਗੀ। ਸੋ ਸਟੂਡੈਂਟਸ ਇਹ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਆ, ਫਸਟ ਇਨ ਫਸਟ ਆਊਟ ਦੇ ਹਿਸਾਬ ਨਾਲ ਆ। ਸੋ ਇਹਨਾਂ ਨੇ 15 ਮਈ ਇੱਕ ਡੇਟ ਦਿੱਤੀ ਸੀ ਕਿ ਉਸ ਤੋਂ ਪਹਿਲਾਂ ਜਿਹੜੇ ਬੱਚਿਆਂ ਦੇ ਐਪਲੀਕੇਸ਼ਨਸ ਦੇ ਵਿੱਚ ਜੋ ਵੀ ਅਪਡੇਸ਼ਨ ਆ ਉਹ ਪਾ ਦੋਗੇ ਤੇ ਅਸੀਂ ਤੇ ਉਹਨੂੰ 5 ਅਗਸਤ ਤੱਕ ਰਿਜ਼ਲਟ ਦੇ ਦਾਂਗੇ। ਸੋ ਉਹੋ ਹੀ ਇੱਕ ਡੈਡਲਾਈਨ ਆ ਜਿਹੜੀ ਅਗਰ ਟਾਈਮ ਫਰੇਮ ਦੇ ਵਿੱਚ ਕਿਸੇ ਨੂੰ ਪਤਾ ਆ। ਇਸ ਤੋਂ ਇਲਾਵਾ ਟਾਈਮ ਦੇ ਉੱਪਰ ਕੋਈ ਕਲੈਰਿਟੀ ਨਹੀਂ ਆ ਕਿ ਅੱਜ ਕੈਨੇਡਾ ਨੂੰ ਫਾਈਲ ਪਾਓਗੇ ਤੇ ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾ ਹੋਏਗਾ। SDS ਤੇ ਨੌਨ SDS ਦਾ ਵੀ ਇੱਕ ਰੌਲਾ ਜਿਹਾ ਪਿਆ ਹੋਇਆ, ਉਹ ਦੱਸੋ ਜਰਾ ਕੀ ਆ? SDS ਨੌਨ SDS ਸਟੂਡੈਂਟ ਡਾਇਰੈਕਟ ਸਟਰੀਮ ਨੂੰ ਅਸਲ 'ਚ ਕਿਹਾ ਜਾਂਦਾ ਆ। SDS ਇੱਕ ਪ੍ਰਣਾਲੀ ਹੈ ਜਿਹਦੇ ਵਿੱਚ ਕੈਨੇਡਾ ਨੇ ਆਪਣਾ ਦਾਇਰਾ ਸਟੂਡੈਂਟਸ ਨੂੰ ਲੈਣ ਦਾ ਬਹੁਤ ਸਿੰਪਲ, ਸਾਦਾ, ਸਰਲ ਤੇ ਵੱਡਾ ਕਰ ਲਿਆ ਜਾਂਦਾ ਹੈ। ਬਿਕਾਜ਼ SDS ਤੋਂ ਪਹਿਲਾਂ ਜਿਹੜੀ ਸਟੂਡੈਂਟ ਪ੍ਰਣਾਲੀ ਚੱਲਦੀ ਉਹ SPP ਚੱਲਦੀ, ਸਟੂਡੈਂਟ ਪਾਰਟਨਰਸ ਪ੍ਰੋਗਰਾਮ। ਉਹਦੇ 'ਚ ਜਿਹੜੇ ਸ਼ਾਮਿਲ ਨੇ ਕਾਲਜਸ, ਉਹਨਾਂ ਦੀ ਗਿਣਤੀ ਬਹੁਤ ਘੱਟ ਆ, ਮਸਾਂ 42 ਕਾਲਜਸ ਨੇ। ਔਰ ਜਦੋਂ SDS ਆ ਜਾਂਦਾ, SDS ਦੇ ਵਿੱਚ ਤਕਰੀਬਨ 150 ਦੇ ਕਰੀਬ ਕਾਲਜਸ ਹੋ ਜਾਂਦੇ ਆ, ਜਾਂ ਇਸ ਤੋਂ ਵੀ ਵੱਧ ਕਾਲਜਸ, ਬਿਕਾਜ਼ ਆਲਮੋਸਟ ਜਿੰਨੇ ਦਾ ਕੋਈ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਦਾ ਲਾਇਸੈਂਸ ਆ ਉਹ ਸਾਰੇ ਇਹਦੇ 'ਚ ਸ਼ਾਮਿਲ ਹੋ ਜਾਂਦੇ ਆ। ਸੋ SDS ਬਹੁਤ ਸਰਲ ਪ੍ਰਕਿਰਿਆ ਹੈ ਕਿ ਜਿਹਦੇ ਸਟੂਡੈਂਟ ਨੇ 1 ਸਾਲ ਦੀ ਫੀਸ ਦੇਣੀ ਹੈ, 1 ਸਾਲ ਦਾ $10,000 ਉੱਥੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵਿੱਚ ਜਮ੍ਹਾਂ ਕਰਕੇ ਉਹਦਾ ਸਰਟੀਫਿਕੇਟ ਲੈਣਾ ਹੈ। ਇੱਕ ਸਟੂਡੈਂਟ ਦੇ ਕੋਲ 6 ਬੈਂਡ ਹੋਣੇ ਚਾਹੀਦੇ ਆ। ਆਹ 3 ਚੀਜ਼ਾਂ ਪੂਰੀਆਂ ਆ ਤੇ ਸਟੂਡੈਂਟ ਦੀ ਕੇਸ ਫਾਈਲ ਹੋ ਜਾਂਦਾ। ਇਹਦੇ ਨਾਲ ਐਡੀਸ਼ਨਲ ਉਹਦੇ ਐਜੂਕੇਸ਼ਨਲ ਡਾਕੂਮੈਂਟ ਜਾਣੇ ਆ, ਔਰ ਇੱਕ ਉਹਦਾ ਆਈਲੈਟਸ ਦਾ ਸਕੋਰ ਜਾਂ ਪਾਸਪੋਰਟ ਵਗੈਰਾ ਜਾਣਾ, ਪਲੱਸ ਨਾਲ ਉਹਦਾ ਇੱਕ ਬਾਇਓਮੈਟ੍ਰਿਕ ਅਟੈਂਡੈਂਸ ਆ ਤੇ ਮੈਡੀਕਲ ਆ।
ਇਹ ਜਿੰਨੀਆਂ ਚੀਜ਼ਾਂ ਤੁਸੀਂ ਸੁਣੀਆਂ ਇਹ ਪੂਰਾ ਕਰ ਦੋਗੇ ਤਾਂ ਵੀਜ਼ਾ ਆ। ਸੋ ਇਟ ਇਜ਼ ਮੈਥਮੈਟੀਕਲ ਪ੍ਰੋਸੈਸ। ਔਰ ਬਹੁਤ ਸਾਰੇ ਜਿਹੜੀਆਂ ਐਪਲੀਕੇਸ਼ਨਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸੁਲਝਾ ਲਿਆ ਜਾਂਦਾ ਕਿ ਅਗਰ ਟਿਕ 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 ਸਭ ਚੀਜ਼ਾਂ ਪੂਰੀਆਂ ਨੇ ਤੇ ਇਹਦਾ ਪ੍ਰੋਸੈਸ ਆਟੋਮੇਸ਼ਨ ਦੇ ਉੱਪਰ ਵੀ ਆ ਸਕਦਾ ਹੈ। ਸੋ ਨੌਨ ਐਸਡੀਐਸ ਉਹ ਕੈਟਾਗਰੀ ਹੈ ਜਿਸ 'ਚ ਬਹੁਤ ਸਾਰੀਆਂ ਫਾਈਲਾਂ ਲੱਗਦੀਆਂ ਨੇ, ਬਿਕੋਜ਼ ਆਈਲੈਟਸ ਇਕਲੌਤਾ ਐਸਾ ਸਰਟੀਫਿਕੇਟ ਆ ਜਿਹਦੇ ਨਾਲ ਇੰਗਲਿਸ਼ ਦਾ ਲੈਂਗੁਏਜ ਟੈਸਟ ਆ ਜਿਹਦੇ ਨਾਲ ਐਸਡੀਐਸ ਦੇ ਵਿੱਚ ਜਾਂਦੀ ਹੈ ਜੀ। ਅਗਰ ਤੁਸੀਂ ਪੀਟੀਈ ਕੀਤੀ ਆ, ਟੋਫਲ ਕੀਤੀ ਆ ਜਾਂ ਕੋਈ ਵੀ ਹੋਰ ਡੂਓਲਿੰਗੋ ਕੋਈ ਵੀ ਟੈਸਟ ਦਿੱਤਾ ਇੰਗਲਿਸ਼ ਦਾ, ਦੈਨ ਉਹ ਨੌਨ ਐਸਡੀਐਸ ਐਪਲੀਕੇਸ਼ਨ ਆ। ਔਰ ਕੈਨੇਡਾ ਨੇ ਸਾਫ਼ ਕਰਕੇ ਦੱਸਿਆ ਕਿ ਜਿੰਨੇ ਵੀ ਸਟੂਡੈਂਟ ਹੋਣਗੇ ਚਾਹੇ ਉਹ ਨੌਨ ਐਸਡੀਐਸ ਵਿੱਚ ਜਾ ਰਹੇ ਉਹਨਾਂ ਕੋਲ ਵੀ ਓਵਰਆਲ 6 ਬੈਂਡ ਹੋਣੇ ਲਾਜ਼ਮੀ ਹੈ। ਸੋ ਕਿਸੇ ਸਟੂਡੈਂਟ ਦਾ ਜਿਹੜਾ ਪ੍ਰੋਫਾਈਲ ਐਸਡੀਐਸ 'ਚ ਮੈਚ ਨਹੀਂ ਕਰਦਾ, ਨੌਨ ਐਸਡੀਐਸ ਐਪਲੀਕੇਸ਼ਨ ਜਾਂਦੀ ਹੈ, ਉਹ 'ਚ ਸਟੂਡੈਂਟ ਕੋਲ ਆਪਸ਼ਨ ਹੁੰਦੀ ਹੈ ਕਿ ਸਟੂਡੈਂਟ ਆਪਣੀ ਟਰਾਂਸਪੋਰਟੇਸ਼ਨ ਦਾ, ਆਪਣੀ ਟਿਊਸ਼ਨ ਦਾ, ਆਪਣੇ ਲਿਵਿੰਗ ਐਕਸਪੈਂਸਿਸ ਦਾ ਔਰ ਇਹ ਸਭ ਖਰਚੇ ਨਾਲ ਦੀ ਨਾਲ ਖਰਚੇ ਦਿਖਾਏ। ਬਹੁਤ ਸਾਰੇ ਸਟੂਡੈਂਟਸ ਨੂੰ ਕਨਫਿਊਜ਼ਨ ਹੈ, ਕਈ ਵਾਰੀ ਕੋਈ ਏਜੰਟ ਡਾਕੂਮੈਂਟ ਮੰਗਦਾ, ਕੋਈ ਏਜੰਟ ਡਾਕੂਮੈਂਟ ਨਹੀਂ ਮੰਗਦਾ। ਸੋ ਅਗਰ ਐਸਡੀਐਸ ਕੇਸ ਫਾਈਲ ਹੋ ਰਿਹਾ ਤੁਹਾਨੂੰ ਡਾਕੂਮੈਂਟੇਸ਼ਨ ਐਡੀਸ਼ਨਲ ਨਹੀਂ ਚਾਹੀਦੀ। ਅਗਰ ਨੌਨ ਐਸਡੀਐਸ ਕੇਸ ਫਾਈਲ ਹੋ ਰਿਹਾ ਇਹਦੇ 'ਚ ਸਾਲ ਦੀ ਫੀਸ ਭਰਨ ਦੀ ਵੀ ਲੋੜ ਨਹੀਂ ਹੈ। ਸੋ ਤੁਸੀਂ ਇਹਦੇ 'ਚ ਸਿੰਪਲ ਜੀਆਈਸੀ ਭਰਨ ਦੀ ਵੀ ਲੋੜ ਨਹੀਂ ਹੈ। ਸਿੰਪਲ ਤੁਸੀਂ ਆਪਣੀ ਫਾਈਨੈਂਸ਼ੀਅਲ ਅਫੋਰਡੇਬਿਲਟੀ ਦਿਖਾਓ ਤੇ ਤੁਸੀਂ ਕੇਸ ਫਾਈਲ ਕਰ ਸਕਦੇ ਹੋ ਜੀ। ਔਰ ਕੈਨੇਡਾ ਦੋਨਾਂ ਕੈਟਾਗਰੀਜ਼ ਨੂੰ ਵੀਜ਼ਾ ਦਿੰਦਾ। ਇਹ ਨਹੀਂ ਹੈ ਕਿ ਮਤਲਬ ਬਿਕੋਜ਼ ਉੱਥੇ ਆਟੋਮੇਸ਼ਨ ਦੇ ਉੱਪਰ ਵੀਜ਼ਾਸ ਆ ਸਕਦੇ ਆ, ਪਰ ਦੂਸਰੀ ਕੈਟਾਗਰੀ ਦੇ ਵਿੱਚ ਨੌਨ ਐਸਡੀਐਸ ਦੇ ਵਿੱਚ ਵੀ ਬਹੁਤ ਵੀਜ਼ਾਸ ਆਉਂਦੇ ਆ ਬਿਕੋਜ਼ ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀ ਜ਼ਰੂਰਤਾਂ ਬਹੁਤ ਜ਼ਿਆਦੀਆਂ ਨੇ। ਹੋਰ ਕੰਟਰੀਜ਼ ਵੀ ਐਸਡੀਐਸ ਕੈਟਾਗਰੀ 'ਚ ਸ਼ਾਮਿਲ ਕੀਤੀਆਂ ਗਈਆਂ। ਹਾਂ ਦੇਖੋ ਮੈਮ, ਸਾਨੂੰ ਸਮਝਣਾ ਪਏਗਾ ਕਿ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਬਹੁਤ ਨੇ। ਅਸੀਂ ਅਕਸਰ ਤੁਸੀਂ ਸੋਸ਼ਲ ਮੀਡੀਆ ਜਾਂ ਬਹੁਤ ਸਾਰੇ ਕਈ ਏਜੰਟਸ ਦੇ ਤੁਸੀਂ ਕਮੈਂਟ ਵੇਖੋਗੇ, ਕੋਈ ਕਹੇਗਾ ਉੱਥੇ ਪੰਜਾਬੀ ਡਰੱਗ ਸੈੱਲ ਕਰਦੇ ਫੜੇ ਗਏ, ਇੰਡੀਆ ਦੇ ਬੈਨ ਹੋਣ ਲੱਗਾ ਹੈ। ਕੋਈ ਕਹੇਗਾ ਜੀ ਸਾਡੇ ਇੱਥੋਂ ਕੁੜੀ ਕੋਈ ਮੁੰਡੇ ਨੂੰ ਛੱਡ ਕੇ ਭੱਜ ਗਈ ਤਾਂ ਹੁਣ ਨਾ ਗਾਂ ਸਾਡੇ ਵੀਜ਼ਾਸ ਬੰਦ ਕਰ ਦੇਣੇ ਆ। ਸੋ ਇਦਾਂ ਦੀ ਕੋਈ ਗੱਲ ਨਹੀਂ। ਕੈਨੇਡਾ ਦੀਆਂ, ਮੈਂ ਬਾਰ-ਬਾਰ ਦੁਹਰਾਉਣਾ, ਕੈਨੇਡਾ ਬਹੁਤ ਵੱਡਾ ਇਮੀਗ੍ਰੈਂਟ ਕੰਟਰੀ ਹੈ, ਦੁਨੀਆ ਦਾ ਸਭ ਤੋਂ ਵੱਡਾ ਇਮੀਗ੍ਰੇਸ਼ਨ ਨੂੰ ਸਪੋਰਟ ਕਰਨ ਵਾਲਾ ਕੰਟਰੀ ਹੈ। ਔਰ ਤੁਸੀਂ ਵੇਖੋ ਕੈਨੇਡਾ ਨੇ ਆਪਣੇ ਵਿੰਗਸ ਹੋਰ ਸਪਰੈਡ ਕੀਤੇ ਨੇ। ਸਾਨੂੰ 18 ਦੇ ਵਿੱਚ ਸਾਨੂੰ ਤਕਰੀਬਨ ਇਹਨਾਂ ਨੇ ਐਸਡੀਐਸ ਦੇ ਵਿੱਚ ਲਿਆ ਸੀ, ਸਾਡੇ ਨਾਲ ਚਾਈਨਾ ਸੀ ਮਤਲਬ, ਔਰ ਸਾਡਾ ਫਿਲੀਪੀਨਸ ਵਰਗੇ ਕੰਟਰੀ ਸੀ ਕਿ ਸਾਨੂੰ ਐਸਡੀਐਸ ਕੈਟਾਗਰੀ ਵਿੱਚ ਲੈ ਲਿਆ ਤਾਂ ਕਿ ਜ਼ਿਆਦਾ ਐਪਲੀਕੇਸ਼ਨਸ ਇੱਥੋਂ ਲਈਆਂ ਜਾਣ। ਅਗਲੇ ਸਾਲ ਪਾਕਿਸਤਾਨ ਵਰਗੇ ਕੰਟਰੀਜ਼ ਵੀ 2019 ਦੇ ਵਿੱਚ ਉਹ 'ਚ ਇਨਕਲੂਡ ਹੋ ਗਏ ਆ। ਅਗਰ ਅਸੀਂ 21 ਦੀ ਗੱਲ ਕਰੀਏ ਤਾਂ ਹੁਣ 7 ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਤੇ ਕੈਰੀਬੀਅਨ ਤੋਂ ਕੰਟਰੀਜ਼ ਆ, 7 ਕੰਟਰੀਜ਼ ਨੂੰ ਉਧਰ ਇਨਕਲੂਡ ਕੀਤਾ ਗਿਆ ਬਿਕੋਜ਼ ਹਰ ਇੱਕ ਕੋਈ ਵੀ ਜਿਹੜੀ ਕੈਲਕੂਲੇਸ਼ਨ ਆ ਕੋਈ ਉਹ ਕਿਸੇ ਨਾ ਕਿਸੇ ਸਟੈਟਸ ਦੇ ਉੱਪਰ ਬੇਸਡ ਆ। ਕੈਨੇਡਾ ਨੇ ਇਹ ਐਨਾਲਾਈਜ਼ ਕੀਤਾ ਕਿ ਅਗਰ ਪਿਛਲੇ ਸਾਲ ਡਿਊਰਿੰਗ ਕੋਵਿਡ ਵੀ ਕੈਨੇਡਾ ਦੇ ਵਿੱਚ ਜਿਹੜੇ ਪਿਛਲੇ ਸਾਲ ਦੀਆਂ ਐਪਲੀਕੇਸ਼ਨ ਸੀਗੀ 16,000 ਸਟੂਡੈਂਟ ਉਹ ਲਾਈਕ ਅਰਜਨਟੀਨਾ, ਪੇਰੂ, ਕੋਲੰਬੀਆ ਇਹੋ ਜਿਹੇ ਮੁਲਕਾਂ ਤੋਂ ਆਏ ਆ। ਸੋ ਇਸ ਕਰਕੇ ਕੈਨੇਡਾ ਨੂੰ ਲੱਗਾ ਕਿ ਇਸ ਰੀਜਨ ਦੇ ਵਿੱਚ ਵੀ ਸਟੂਡੈਂਟ ਪੋਟੈਂਸ਼ੀਅਲ ਹੈ। ਸੋ ਇਸੇ ਕਰਕੇ ਕੈਟਾਗਰੀ ਉੱਥੇ ਓਪਨ ਕੀਤੀ ਗਈ, ਜਿੱਥੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡਾ ਨੇ ਆਪਣੀਆਂ ਇਮੀਗ੍ਰੇਸ਼ਨ ਸੇਵਾਵਾਂ ਹੋਰ ਵਧਾਉਣੀਆਂ ਨੇ। ਕੈਨੇਡਾ ਨੂੰ ਹਰ ਪਾਸਿਓਂ ਰੀਜਨਲ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ ਕਿ ਸਾਰੇ ਪੰਜਾਬੀਆਂ ਨਾਲ ਹੀ ਕੈਨੇਡਾ ਨਹੀਂ ਭਰ ਲੈਣਾ, ਮਤਲਬ ਸਾਰੇ ਮੁਲਕਾਂ ਦਾ ਥੋੜਾ ਸਮਾਨ ਚਾਹੀਦਾ, ਥੋੜੇ ਜਿਹੜੇ ਇਮੀਗ੍ਰੈਂਟਸ ਚਾਹੀਦੇ ਆ। ਸੋ ਇਸ ਕਰਕੇ ਹੁਣ ਕੈਰੀਬੀਅਨ ਆਈਲੈਂਡਸ ਹੋ ਗਏ ਜਾਂ ਸਾਊਥ ਅਮਰੀਕਨ ਕੰਟਰੀਜ਼ ਹੋ ਗਏ, ਉਹ ਵੀ ਹੁਣ ਕੈਨੇਡਾ ਦਾ ਰੁੱਖ ਕਰਨਗੇ। ਇਹ ਤਾਂ ਇੱਥੇ ਇੰਪੋਰਟੈਂਟ ਬਣਦਾ ਹੈ ਬਿਕੋਜ਼ ਇਹ ਸਾਰੇ ਕੰਟਰੀਜ਼ ਅੱਗੇ ਹਮੇਸ਼ਾ ਇਕੱਲੇ ਅਮਰੀਕਾ ਤੱਕ ਸੀਮਤ ਸੀਗੇ। ਅਗਰ ਕੋਈ ਵੀ ਫਰਦਰ ਕਿਸੇ ਪਾਸੋਂ ਜਾਣ ਦੀ ਕੋਈ ਇੱਛਾ ਰੱਖਦਾ ਸੀ ਜਾਂ ਜਾ ਕੇ ਕਿਤੇ ਸੈਟਲਮੈਂਟ ਦੀ ਗੱਲ ਕਰਦਾ ਸੀ ਤਾਂ ਸਾਰੇ ਦੇ ਸਾਰੇ ਅਮਰੀਕਾ ਅਬਜ਼ੌਰਬ ਕਰਦਾ ਸੀ। ਹੁਣ ਕੈਨੇਡਾ ਨੇ ਆਪਣੀ ਮਾਰਕੀਟਿੰਗ ਵਧਾਈ ਹੈ, ਕੈਨੇਡਾ ਨੇ ਸਟੂਡੈਂਟਸ ਉੱਪਰ ਭਰੋਸਾ ਜ਼ਿਆਦਾ ਵਧਾਇਆ, ਕੈਨੇਡਾ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਦੱਸਿਆ ਆ ਕਿ ਕਿੱਦਾਂ ਸਟੂਡੈਂਟ ਆ ਕੇ ਪੜ੍ਹ ਕੇ ਬਹੁਤ ਜਲਦੀ ਸੈਟਲ ਹੋ ਸਕਦਾ। ਕੈਨੇਡਾ ਦੀ ਬਹੁਤ ਸਿੰਪਲ ਡਿਮਾਂਡ ਹੈ। ਅਮਰੀਕਾ ਲਈ ਸਾਨੂੰ ਸਟੂਡੈਂਟ ਇੰਟੈਲੈਕਚੁਅਲ ਵਾਲੇ ਸਟੂਡੈਂਟ ਚਾਹੀਦੇ ਆ, ਉਹ ਐਕਸਪੀਰੀਅੰਸ ਸਟੂਡੈਂਟ, ਵੱਡੇ ਸਟੂਡੈਂਟ, ਮੈਚੁਰ ਸਟੂਡੈਂਟ, ਪ੍ਰੋਫੈਸ਼ਨਲਸ, ਵਰਕਿੰਗ ਕਲਾਸ ਸਭ ਨੂੰ ਇਨਵਾਈਟ ਕਰਦੇ ਨੇ। ਕੈਨੇਡਾ ਦੀ ਪਾਲਿਸੀ ਹੈਗੀ ਆ 18 ਸਾਲ ਦਾ ਸਟੂਡੈਂਟ 12 ਪੜ੍ਹਿਆ ਹੋਵੇ, ਅੰਗਰੇਜ਼ੀ ਬੋਲਦਾ ਹੋਵੇ। ਸੋ 3 ਪੈਰਾਮੀਟਰਸ ਉੱਪਰ ਆ, 3 ਪੈਰਾਮੀਟਰਸ ਨੇ। ਇੰਗਲਿਸ਼ ਸਪੀਕਿੰਗ ਹੋਵੇ, ਬੇਸਿਕ ਐਜੂਕੇਸ਼ਨ ਕੰਪਲੀਟ ਕੀਤੀ ਹੋਵੇ ਔਰ ਉਮਰ ਜਿਹੜੀ ਕੈਚ ਟਾਈਮ ਯੰਗ ਵਾਲੀ ਕਿ ਇਹਨੂੰ ਹੁਣੇ ਕੈਨੇਡੀਅਨ ਕਲਚਰ 'ਚ ਪਾ ਕੇ ਤੇ ਤੁਸੀਂ ਆਪਣੇ ਕੰਮ ਤੇ ਲਾ ਦਿਓ। ਸੋ ਉਹਦਾ ਮਤਲਬ ਹੈ ਕਿ ਪੂਰੇ ਯੂਥ ਨੂੰ ਆਰਗੇਨਾਈਜ਼ਡ ਵੇ ਨਾਲ ਆਪਣੀ ਇਕਨੋਮੀ ਦੇ ਵਿੱਚ ਇੱਕ ਕੰਟਰੀਬਿਊਟਰੀ ਬਣਾਉਣਾ, ਇਹ ਕੈਨੇਡਾ ਦਾ ਬੇਸਿਕ ਕੰਮ ਹੈ ਜੀ। ਹੱਲੇ ਵੀ ਕਈ ਕੰਟਰੀਜ਼ ਆ ਜਿਹੜੀਆਂ ਵੀਜ਼ਾ ਓਪਨ ਨਹੀਂ ਕਰ ਰਹੀਆਂ, ਤੇ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਸਿਡਨੀ ਹੈ, ਉੱਥੇ ਤਾਂ ਤਾਲਾਬੰਦੀ ਵੀ ਵਧਾ ਦਿੱਤੀ ਗਈ। ਉੱਥੇ ਆਸਟ੍ਰੇਲੀਆ ਨੇ ਰੋਕ ਲਾ ਦਿੱਤੀ ਹੈ ਕਿ ਹਲੇ ਤੁਸੀਂ ਮੁਲਕ ਦੇ ਵਿੱਚ ਨਹੀਂ ਆਓਗੇ। ਇਹਨਾਂ ਮੁਲਕਾਂ ਦੇ ਤੁਹਾਨੂੰ ਕੋਈ ਅਸਾਰ ਲੱਗਦੇ ਆ ਖੁੱਲਣ ਦੇ?
ਦੇਖੋ ਮੈਮ ਜਿਹੜੀ ਇੰਡੀਅਨ ਸਟੂਡੈਂਟਸ ਦੀ ਮਾਰਕੀਟ ਆ ਜਾਂ ਇਕੱਲੇ ਸਟੂਡੈਂਟਸ ਦੀ ਮਾਰਕੀਟ ਆਪਾਂ ਕਹੀਏ, ਇਹ ਬਹੁਤ ਵੱਡੀ ਹੈ। ਟੂਰਿਜ਼ਮ ਬਹੁਤ ਵੱਡਾ ਫੈਕਟਰ ਆ। ਟੂਰਿਜ਼ਮ ਕਿਸੇ ਵੀ ਮੁਲਕ ਦੀ ਇਕਨੋਮੀ ਨੂੰ ਮੋਬਿਲਾਈਜ਼ ਜ਼ਰੂਰ ਕਰਦਾ ਆ, ਬਟ ਟੂਰਿਜ਼ਮ ਦੀਆਂ ਲਿਮਿਟੇਸ਼ਨਸ ਨੇ ਕਿ ਮੋਨਿਟਰੀ ਘੱਟ ਤੇ ਨੰਬਰਸ ਜ਼ਿਆਦਾ। ਜਿੱਦਾਂ ਥਾਈਲੈਂਡ ਨੂੰ ਬਹੁਤ ਜਨਤਾ ਜਾਂਦੀ, ਦੁਬਈ ਨੂੰ, ਮੌਰੀਸ਼ੀਅਸ, ਲਾਈਕ ਦੋਹਾ, ਕਤਰ, ਸੋ ਹਾਂਗਕਾਂਗ, ਇਸ ਸੈਕਟਰ ਨੂੰ ਬਹੁਤ ਜ਼ਿਆਦਾ ਨੰਬਰ ਜਾਂਦੇ, ਕੰਟੀਨਿਊਸਲੀ ਜਾਂਦੇ ਆ। ਤੇ ਇਸ ਕਰਕੇ ਜਿਹੜੇ ਉੱਥੇ ਫਟਾਫਟ ਪ੍ਰੋਗਰੈਸ ਆਉਂਦੀ ਆ, ਫਟਾਫਟ ਪ੍ਰੋਸਪੈਰਿਟੀ ਆਉਂਦੀ ਹੈ। ਸਟੂਡੈਂਟਸ ਦੀ ਮਾਰਕੀਟ FDI ਵਾਂਗੂ ਆ, ਫੋਰਨ ਡਾਇਰੈਕਟ ਇਨਵੈਸਟਮੈਂਟ, ਕਿ ਲੱਖ ਸਟੂਡੈਂਟ ਆ ਰਿਹਾ, ਨਾਲ 15 ਲੱਖ ਰੁਪਈਆ ਲੈ ਕੇ ਆ ਰਿਹਾ ਪਰ ਬੱਚਾ। ਤੁਸੀਂ ਇਹਨੂੰ ਮਲਟੀਪਲਾਈ ਨਹੀਂ ਕਰ ਸਕਦੇ। ਤੁਸੀਂ ਆਪਣੇ ਦਿਮਾਗ ਨਾਲ, ਆਪਣੀ ਸੋਚ ਸਮਝ ਨਾਲ ਤੁਸੀਂ ਇਹਨੂੰ ਮਲਟੀਪਲਾਈ ਕਰਕੇ ਸੋਚ ਨਹੀਂ ਸਕਦੇ ਕਿੱਡੀ ਵੱਡੀ ਰਕਮ ਆ। ਸੋ ਇਹ ਰਕਮ ਕਿਸੇ ਵੀ ਮੁਲਕ ਲਈ ਬਹੁਤ ਵੱਡੀ ਆ। ਸੋ ਕੋਈ ਵੀ ਮੁਲਕ ਆਪਣਾ ਸਟੂਡੈਂਟ ਸ਼ੇਅਰ ਨਹੀਂ ਖਰਾਬ ਕਰਨਾ ਚਾਹੁੰਦਾ। ਸੋ ਆਸਟ੍ਰੇਲੀਆ ਇਹਦੇ 'ਚ ਅਲੱਗ ਤਰੀਕੇ ਨਾਲ ਕੰਮ ਕਰ ਰਿਹਾ। ਆਸਟ੍ਰੇਲੀਆ ਨੇ ਹਰ 3 ਜਾਂ 6 ਮਹੀਨੇ ਬਾਅਦ ਇੱਕ ਡੈਡਲਾਈਨ ਦੱਸਣੀ ਹੁੰਦੀ ਆ, ਇੰਨੀ ਤਰੀਕ ਤੱਕ ਅਸੀਂ ਆਹ ਰੋਕਤਾ ਜਾਂ ਇੰਨੀ ਤਰੀਕ ਤੋਂ ਬਾਅਦ ਅਸੀਂ ਓਪਨ ਕਰਾਂਗੇ। ਔਰ ਪਿਛਲੇ ਆਪਾਂ 1.5-2 ਸਾਲ 'ਚ ਵੇਖਿਆ ਕਿ ਆਸਟ੍ਰੇਲੀਆ ਨੇ 1 ਇੰਚ ਵੀ ਮੂਵ ਨਹੀਂ ਕੀਤਾ। ਔਰ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਥੋੜਾ ਪੋਲੀਟੀਕਲ ਹੈ, ਬਿਕੋਜ਼ ਅਸੀਂ ਐਜ਼ ਅ ਇਕਨੋਮੀ ਸਟੂਡੈਂਟਸ ਨੂੰ ਲਿਆਉਣਾ ਚਾਹੁੰਦੇ ਹਾਂ ਜੀ। ਪਰ ਜਦੋਂ ਕੋਈ ਪੋਲੀਟੀਕਲ ਸਵਾਲ ਕਰੇਗਾ ਕਿ ਨਿਊਜ਼ੀਲੈਂਡ ਨੇ ਅਗਰ ਕਲੀਅਰਲੀ ਕਹਿਤਾ ਸੀ ਕਿ ਅਸੀਂ ਬੰਦ ਆ ਤਾਂ ਬੰਦ ਆ, 2 ਸਾਲ ਉਹਨਾਂ ਨੇ ਕੁੰਡਾ ਨਹੀਂ ਖੋਲਿਆ, ਤੁਹਾਡੀ ਕਿਹੜੀ ਵੇਲਣੇ 'ਚ ਬਾਂਹ ਆਈ ਸੀ ਕਿ ਤੁਹਾਨੂੰ ਰਾਤੋਂ ਰਾਤ ਬਾਹਰੋਂ ਜਿਹੜੇ ਆ ਇਨਫੈਕਟਡ ਲੋਕ ਬੁਲਾਉਣੇ ਪੈ ਗਏ। ਬਿਕੋਜ਼ ਜੇ ਪੋਲੀਟੀਕਲ ਮਸਲਿਆਂ ਦਾ ਤੁਹਾਡੇ ਕੋਲ ਜਵਾਬ, ਹਰ ਗਵਰਨਮੈਂਟ ਇਹ ਚਾਹੁੰਦੀ ਹੈ ਕਿ ਉਹਦਾ ਅਸੀਂ ਜਵਾਬ ਦੇਣ ਜੋਗੇ ਰਹੀਏ। ਸੋ ਇਸ ਕਰਕੇ ਆਸਟ੍ਰੇਲੀਆ ਆਪਣੀ ਸਟੂਡੈਂਟਸ ਦੀ ਮਾਰਕੀਟ ਵੀ ਖਰਾਬ ਨਹੀਂ ਕਰਨਾ ਚਾਹੁੰਦਾ, ਉਹਨੂੰ ਵੀ ਜਿਉਂਦੇ ਰੱਖਣਾ ਚਾਹੁੰਦਾ ਹੈ। ਇਸ ਕਰਕੇ ਹੋਪ ਆਫਟਰ ਹੋਪ, ਉਮੀਦ ਤੋਂ ਬਾਅਦ ਉਮੀਦ ਦੁਬਾਰਾ ਦਰਸਾਈ ਜਾਂਦੀ ਹੈ। ਪਰ ਇਹ ਸਿਰਫ ਤੇ ਸਿਰਫ ਸਟੂਡੈਂਟਸ ਨੂੰ ਜਿਉਂਦੇ ਰੱਖਣ ਦੀ, ਜਾਗਦੇ ਰੱਖਣ ਦੀ, ਕਿ ਸਟੂਡੈਂਟਸ ਸਿਰਫ ਹੋਪਫੁਲ ਰਹਿਣ ਕਿ ਯੈਸ ਇਹ ਵੀ ਓਪਨ ਹੋਏਗਾ, ਇਹ ਵੀ ਓਪਨ ਹੋਏਗਾ। ਬਟ ਇਹ ਉਦਾਂ ਹੀ ਵੇਖਾਂਗੇ ਜਦੋਂ ਐਕਚੁਅਲੀ ਓਪਨ ਹੋਏਗਾ। ਬਿਕੋਜ਼ ਆਸਟ੍ਰੇਲੀਆ ਉਹੀ ਮੁਲਕ ਆ ਜਿਹਨੇ ਆਪਣੇ ਆਉਣ ਵਾਲੇ ਜਿੰਨੇ ਵੀ ਲਾਈਕ ਆਪਣੇ ਸਿਟੀਜ਼ਨਸ ਨੂੰ ਕਹਿਤਾ ਸੀ ਕਿ ਅਗਰ ਇੰਡੀਆ ਜਾਂ ਜਿਹੜੇ ਹਾਈ ਰਿਸਕ ਕੰਟਰੀਜ਼ ਤੋਂ ਵਾਪਸ ਆਏ ਤੇ ਤੈਨੂੰ 5 ਸਾਲ ਦੀ ਕੈਦ ਹੋਏਗੀ। ਜੀ ਬਿਲਕੁਲ, ਤੁਸੀਂ ਪ੍ਰੋਗਰਾਮ 'ਚ ਆਏ, ਬਹੁਤ ਸਾਰੀ ਜਾਣਕਾਰੀ ਦਿੱਤੀ। ਅਰਵਿੰਦਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA TV ਸਾਡਾ YouTube ਚੈਨਲ ਹੈ, ਉਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵਰੁਣ ਕੌਰ ਮਾਨ ਨੂੰ ਦਿਓ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਆਗਿਆ। ਸਤਿ ਸ਼੍ਰੀ ਅਕਾਲ।